ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। दया करहु किश मेहर उपावो, डुबदे पत्थर तारे। मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गरबास न परिया रे। हर गुण पढ़िए हर गुण गुणिए, हर हर नाम कथा नित सुनिए। हर गुण पढ़िए हर गुण गुणिए, हर हर नाम कथा नित सुनिए। जग भौजल दुत्तर तरिए जियो, जग भौजल दुत्तर तरिए जियो। गुरु प्यारी सन्मानयोग साध संगत जी, गुरु महाराज जी ने किरपा करके सानू साध संगत बख्शिश की है, जो कि वड्डे भागां दे नाल प्राप्त हुंदी है। हर इंसान दी जिंदगी दा एक एक पल बड़ा कीमती हुंदा है, पर जदों आपां गुरु महाराज दे कोल आके सजदे हां, उदों ये जिंदगी दे पल जिहड़े हुंदे ने होर भी सोहणे हो जांदे ने। पर कल्लियां बहण दे नाल महाराज दे कोल सोहणे नहीं हुंदे। जो गुरु जी कहंदे ने उहनूं सुण के, उसनूं पढ़ के, उसनूं मन के हिरदे च वसा के जिंदगी नूं अंदरों भी ते जिंदगी नूं बाहरों भी सोहना बनाया जा सकता है। सो आओ गुरबाणी दी विचार नूं आरंभ करिए। प्रथम प्यार अदब दे नाल आखिए जी, वाहिगुरू जी का खालसा वाहिगुरू जी की फतेह। अज दा पावन पवित्र हुक्मनामा भगतां दे विचों बहुत ही प्यारे भगत रविदास जी, उन्हां दी रचना तो गायन किया है, जो कि सोरठ राग दे विच 657 अंग तो आरंभ होके 658 अंग ते समाप्त हो जाता है। भगत जी ने इस शब्द दे अंदर बंदे दी जड़ी हौमे हुंदी आ, जिन्हों गुरबाणी ने अहंग आख्या है, हंकार, ओदा जिक्र किया है। इंसान नूं कई तरह के भरम हुंदे ने, जिवें आपां नूं सुपना आउंदा, कई बारी इन्ना डरावना सुपना हुंदा, इउं लगदा
ਵਾਕਈ ਇਹ ਹੋ ਰਿਹਾ, ਬਾਕੀ ਇਹ ਬੀਤ ਰਹੀ ਆ ਘਟਨਾ। ਪਰ ਜਦੋਂ ਅੱਖ ਖੁੱਲ੍ਹਦੀ ਆ ਆਪਾਂ ਕਹਿੰਦੇ ਆ ਸ਼ੁਕਰ ਆ, ਇਹ ਤਾਂ ਸੁਪਨਾ ਸੀ। ਭਰਮ ਹੀ ਹੁੰਦਾ ਹੈ, ਭਰਮ ਦੇ ਵਿੱਚ ਜਾ ਕੇ ਡਰ ਜਾਂਦੇ ਆ, ਧਰਪਕ ਜਾਂਦੇ ਆ, ਅੱਖ ਖੁੱਲ੍ਹਦਿਆਂ ਪਤਾ ਲੱਗਦਾ ਸੁਪਨਾ ਸੀ। ਇਵੇਂ ਦੁਨੀਆ ਵੀ ਇੱਕ ਸੁਪਨਾ ਹੀ ਹੈ। ਇਹ ਭਗਤ ਜੀ ਨੇ ਦੱਸਿਆ ਹੈ। ਜਿਵੇਂ ਸੋਨਾ ਹੁੰਦਾ, ਸੋਨੇ ਤੋਂ ਗਹਿਣੇ ਬਣਦੇ ਨੇ, ਕਿਸੇ ਦਾ ਨਾਮ ਕੜਾ ਰੱਖ ਦਿੰਦੇ ਆ, ਕਿਸੇ ਦਾ ਨਾਮ ਮੁੰਦਰੀ, ਕਿਸੇ ਦਾ ਕੰਨਾਂ 'ਚ ਪਾਉਣ ਵਾਲੀਆਂ ਵਾਲੀਆਂ, ਪੈਰਾਂ 'ਚ ਪਾਉਣ ਵਾਲੇ ਗਹਿਣੇ ਆਦਿ ਜਿੰਨੇ ਨੇ। ਪਰ ਹੈਗੇ ਤਾਂ ਉਹ ਸੋਨਾ ਹੀ ਹੈ ਨਾ, ਪਰ ਉਹ ਸੋਨੇ ਤੋਂ ਬਣੇ ਨੇ, ਵੱਖ ਵੱਖ ਨੇ, ਸੋਨੇ ਦਾ ਹੀ ਪ੍ਰਭਾਗ ਨੇ। ਇੱਦਾਂ ਸਾਰੀ ਦੁਨੀਆ ਉਹਦਾ ਹੀ ਵਾਹਿਗੁਰੂ ਜੀ ਦੇ ਬਣਾਏ ਹੋਏ ਵੱਖ ਵੱਖ ਮਿੱਟੀ ਦੇ ਭਾਂਡੇ ਨੇ। ਜਿਵੇਂ ਭਾਂਡੇ ਹੁੰਦੇ ਨੇ, ਕੋਈ ਸਰਾਹੀ ਹੈ, ਕੋਈ ਘੜਾ ਹੈ, ਆਦਿ ਜਿੰਨੇ ਵੀ ਭਾਂਡੇ ਹੁੰਦੇ ਨੇ, ਬਣੇ ਤਾਂ ਇੱਕੋ ਮਿੱਟੀ ਤੋਂ ਨੇ ਨਾ। ਇਵੇਂ ਅਸੀਂ, ਤੁਸੀਂ, ਮੈਂ, ਸਾਰੇ ਉਹ ਪਰਮਾਤਮਾ ਦਾ ਹੀ ਆਪਾਂ ਬਣਾਇਆ ਹੋਇਆ ਇੱਕ ਮਿੱਟੀ ਦਾ ਭਾਂਡਾ ਹਾਂ, ਬਰਤਨ ਹਾਂ। ਇਹ ਭਗਤ ਜੀ ਨੇ ਦੱਸਿਆ ਹੈ, ਉਦਾਹਰਨਾਂ ਦਿੱਤੀਆਂ ਨੇ ਤੇ ਕਹਿ ਦਿੱਤਾ ਹੈ ਕਿ ਉਹ ਤਾਂ ਹੱਥਾਂ ਤੋਂ ਵੀ ਨੇੜੇ ਆ ਬੰਦਿਆ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਤਾਂ ਤੇਰੇ ਹੱਥਾਂ ਤੋਂ ਵੀ ਨੇੜੇ, ਇਤਨਾ ਨਜ਼ਦੀਕ ਆ, ਇਤਨਾ ਨਜ਼ਦੀਕ। ਇਹ ਮਹਾਰਾਜ ਭਗਤ ਰਵਿਦਾਸ ਜੀ ਸਾਨੂੰ ਸਮਝਾਉਂਦੇ ਨੇ। ਸੋ ਆਓ ਆਪਾਂ ਇਹਦੀ ਵਿਚਾਰ ਕਰੀਏ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਨੇ ਫਰਮਾਇਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਉਹਦਾ ਬੋਲ ਆ, ਜਿੱਤੋਂ ਸਾਰਾ ਇਹ ਬ੍ਰਹਿਮੰਡ ਬਣਿਆ। ਉਹ ਗੁਰੂ ਦੇ ਪ੍ਰਸਾਦ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦੋਂ ਆਪਾਂ ਭਗਤ ਜੀ ਦੇ ਜੀਵਨ ਦੀ ਗੱਲ ਕਰੀਏ, ਕਿਹਾ ਜਾਂਦਾ ਹੈ ਕਿ ਅੱਜ ਵੀ ਤੁਹਾਨੂੰ ਚੌਂਕ ਦੇ ਵਿੱਚ ਜੁੱਤੀਆਂ ਗੰਢਣ ਵਾਲੇ ਬੜੇ ਵਿਅਕਤੀ, ਬੜੇ ਮੋਚੀ ਮਿਲ ਜਾਣਗੇ, ਪਰ ਭਗਤ ਜੀ ਜੈਸਾ ਨਹੀਂ ਮਿਲੇਗਾ ਜਿਹੜਾ ਜੁੱਤੀਆਂ ਗੰਢਦਾ ਲੋਕਾਂ ਦਾ ਮਨ ਗੰਢ ਦੇਵੇ। ਕਾਹਦੇ ਨਾਲ? ਬਾਣੀ ਨਾਲ, ਰੱਬੀ ਪਿਆਰ ਦੇ ਨਾਲ। ਚੌਂਕ ਦੇ ਵਿੱਚ ਜੁੱਤੀਆਂ ਗੰਢਣ ਵਾਲੇ ਬਹੁਤ ਮਿਲ ਜਾਂਦੇ ਨੇ, ਭਗਤ ਜੀ ਰਵਿਦਾਸ ਜੀ ਜੈਸਾ ਕੋਈ ਨਹੀਂ ਮਿਲਣਾ। ਕਾਰਨ ਕੀ ਆ? ਉਹ ਬੰਦਗੀ, ਉਹ ਰੱਬੀ ਪਿਆਰ ਹਰ ਮੋਚੀ ਦੇ ਹਿੱਸੇ ਨਹੀਂ ਆਉਂਦਾ ਜੋ ਭਗਤ ਜੀ ਦੇ ਹਿੱਸੇ ਆਇਆ ਸੀ। ਇਉਂ ਫਰਮਾਇਆ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। अनल अगम जैसे लहर मयो दद, जल केवल जल माही। हे गुरु, हे परमात्मा, ਜਦੋਂ ਤੱਕ ਮੇਰੇ 'ਚ ਮੈਂ ਸੀ ਉਦੋਂ ਮੈਨੂੰ ਤੂੰ ਨਜ਼ਰ ਨਹੀਂ ਆਇਆ। ਜਿੰਨਾ ਸਮਾਂ ਮੇਰੇ 'ਚ ਮੈਂ ਸੀ ਉਤਨਾ ਸਮਾਂ ਮੈਨੂੰ ਤੂੰ ਦਿਖਿਆ ਹੀ ਨਹੀਂ। ਮੈਂ ਆਪਣੀ ਮੈਂ ਨੂੰ ਸਾਫ਼ ਕੀਤਾ ਤੇ ਮੈਨੂੰ ਤੂੰ ਨਜ਼ਰ ਆਇਆ। ਜਦੋਂ ਤੂੰ ਨਜ਼ਰ ਆਇਆ ਨਾ, ਫਿਰ ਕੋਈ ਹੋਰ ਨਹੀਂ ਦਿਖਿਆ। ਫਿਰ ਸਾਰੇ ਪਾਸੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਗੋਬਿੰਦ ਗੋਬਿੰਦ ਹੋ ਪਈ। ਸਾਰੇ ਮੈਨੂੰ ਤੇਰਾ ਰੂਪ ਹੀ ਪ੍ਰਤੀਤ ਹੋਏ। ਪਤਾ ਲੱਗਿਆ ਕਿ ਉਦਾਹਰਨ ਦੇ ਰਹੇ ਨੇ, ਅਨਲ ਅਗਮ ਜੈਸੇ ਲਹਿਰ ਮਯੋ ਦਦ, ਜਲ ਕੇਵਲ ਜਲ ਮਾਹੀ। ਸਮੁੰਦਰ ਦੇ ਵਿੱਚ ਲਹਿਰਾਂ ਬਣੀਆਂ ਦੇਖਦਾ ਸੀ, ਸੋਚਦਾ ਸੀ ਇਹ ਕੁਝ ਹੋਰ ਆ, ਇਹ ਕੋਈ ਹੋਰ ਆ, ਸਮੁੰਦਰ ਕੋਈ ਹੋਰ ਆ। ਸਾਗਰ ਦੇ ਵਿੱਚ ਲਹਿਰਾਂ ਦੇਖਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ ਇਹ ਕੋਈ ਹੋਰ ਚੀਜ਼ ਆ, ਸਮੁੰਦਰ ਕੋਈ ਹੋਰ ਆ।
ਪਤਾ ਲੱਗਾ ਜਦੋਂ ਚਾਨਣ ਹੋਇਆ, ਲਹਿਰਾਂ ਸਮੁੰਦਰ ਦਾ ਹੀ ਰੂਪ ਹੁੰਦੀਆਂ ਨੇ। ਸਮੁੰਦਰ ਹੀ ਲਹਿਰਾਂ ਨੇ, ਲਹਿਰਾਂ ਹੀ ਸਮੁੰਦਰ। ਸਮੁੰਦਰ ਹੀ ਲਹਿਰਾਂ ਨੇ, ਲਹਿਰਾਂ ਹੀ ਸਮੁੰਦਰ। ਤਰੰਗਾਂ ਹੀ ਸਮੁੰਦਰ ਨੇ, ਤਰੰਗਾਂ ਹੀ ਨਦੀ ਨੇ। ਫਿਰ ਬਹੁਤਾ ਫਰਕ ਨਾ ਰਿਹਾ। ਪਤਾ ਲੱਗ ਗਿਆ ਦੁਨੀਆ ਦੇ ਵਿੱਚ ਉਹ ਵਸਦਾ ਹੈ, ਦੁਨੀਆ ਉਹਦੇ 'ਚ ਵਸਦੀ ਆ। ਇਵੇਂ ਕਹਿ ਰਹੇ ਨੇ ਭਗਤ ਜੀ। ਪਰਮਾਤਮਾ ਸਾਡੇ ਅੰਦਰ, ਅਸੀਂ ਪਰਮਾਤਮਾ ਦੇ ਅੰਦਰ ਹਾਂ। ਉਹ ਸਾਡੇ ਦਿਲਾਂ 'ਚ, ਅਸੀਂ ਉਹਦੀ ਗੋਦ ਵਿੱਚ ਹਾਂ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਬਹੁਤ ਭਰਮ ਮੈਨੂੰ ਪੈ ਗਏ ਨੇ ਮਾਧਵ ਜੀ, ਰੱਬ ਜੀ ਮੈਂ ਕੀ ਕਹਾਂ, ਕੀ ਕਰਾਂ ਮੈਂ। ਇੱਕ ਭਰਮ ਹੁੰਦਾ ਤਾਂ ਸਰ ਜਾਂਦਾ, ਇੱਕ ਨਹੀਂ ਬਹੁਤ ਭਰਮ ਨੇ। ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੜੀਆਂ ਚੀਜ਼ਾਂ ਨੂੰ ਜੋ ਮੰਨੀ ਫਿਰਦੇ ਆ ਉਹ ਹੈਗੀਆਂ ਹੀ ਨਹੀਂ ਹੈਗੀਆਂ। ਜੋ ਹੈਗੀਆਂ ਨੇ ਉਹ ਅਸੀਂ ਮੰਨਦੇ ਨਹੀਂ। ਦੇਖੋ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਗੁਰੂ ਪਿਆਰਿਓ, ਜੋ ਤਾਂ ਹੈ ਉਹਨੂੰ ਉਹ ਕਰਕੇ ਨਹੀਂ ਮੰਨਦੇ, ਜੋ ਨਹੀਂ ਹੈ ਉਹਨੂੰ ਮੰਨ ਲੈਂਦੇ ਹਾਂ। ਜੈਸਾ ਮਾਨੀਏ ਹੋਏ ਨਾ ਤੈਸਾ। ਤੁਰੇ ਜਾਂਦੇ ਹਾਂ, ਹਨੇਰਾ ਹੁੰਦਾ, ਰੱਸੀ ਪਈ ਹੁੰਦੀ ਆ, ਉਹਨੂੰ ਸੱਪ ਮੰਨ ਲੈਂਦੇ ਹਾਂ। ਰਾਤ ਦੇ ਹਨੇਰੇ 'ਚ ਦਰਖਤ ਖੜੇ ਹੁੰਦੇ ਨੇ, ਲੱਗਦਾ ਇਹ ਇਨਸਾਨ ਨੇ। ਬੱਸ 'ਚ ਬੈਠੇ ਹਾਂ, ਲੱਗਦਾ ਹੈ ਦਰਖਤ ਤੁਰੇ ਜਾ ਰਹੇ ਨੇ, ਬੱਸ ਰੁਕੀ ਹੋਈ ਆ। ਬਾਰੀ ਤੋਂ ਬਾਹਰ ਵੇਖਦੇ ਹਾਂ। ਮਾਧਵੇ ਕਿਆ ਕਹੀਏ ਪਰਮ ਐਸਾ। ਇੰਨੇ ਭਰਮ ਨੇ। ਇਹਦਾ ਇੱਕ ਉਦਾਹਰਨ ਮੈਂ ਦੇ ਰਿਹਾ ਹਾਂ। ਅਸਲੀ ਭਰਮ ਕੀ ਆ? ਬੰਦਾ ਆਪਦੇ ਆਪ ਨੂੰ ਇਉਂ ਮੰਨੀ ਫਿਰਦਾ ਮੈਂ ਸਦਾ ਵਾਸਤੇ ਇੱਥੇ ਆ, ਇਹ ਭਰਮ ਹੈ। ਬੰਦੇ ਨੂੰ ਲੱਗਦਾ ਮੌਤ ਕਿਸੇ ਲਈ ਬਣੀ ਆ, ਇਹ ਭਰਮ ਹੈ। ਇਨਸਾਨ ਨੂੰ ਲੱਗਦਾ ਹੈ ਮਰਨਾ ਕਿਸੇ ਦੇ ਵਾਸਤੇ ਬਣਿਆ, ਮੇਰੇ ਵਾਸਤੇ ਤਾਂ ਹੈ ਹੀ ਨਹੀਂ, ਇਹ ਭਰਮ ਹੈ। ਮੈਂ ਨਹੀਂ ਮਰਾਂਗਾ, ਮੈਂ ਕਿਵੇਂ ਮਰ ਜਾਵਾਂਗਾ, ਇਹ ਭਰਮ ਹੈ। ਜਿਸ ਦਿਨ ਤੁਹਾਨੂੰ ਪਤਾ ਲੱਗੇਗਾ ਨਾ ਕਿ ਵਾਕਈ ਮੈਂ ਮਰ ਜਾਣਾ, ਮਰਨਾ ਨਾਮ ਹੈ ਮੁੱਕ ਜਾਣੇ ਦਾ, ਮੁੱਕ ਗਿਆ ਬਸ ਹੋਈ। ਮਰ ਗਿਆ ਜਿਹੜਾ ਦੁਨੀਆ ਵਿੱਚੋਂ, ਮੁੜ ਕੇ ਮਿਲਿਆ ਨਾ ਕੋਈ। ਦਮ ਦੇ ਨਾਲੇ ਆਦਮ ਬਣਿਆ, ਦਮ ਮੁੱਕਾ ਬਸ ਹੋਇਆ। ਇੱਕ ਦਿਨ ਤੇਰੀਆਂ ਗੱਲਾਂ ਹੋਸਨ, ਅੱਜ ਰੰਗੀਲਾ ਸੋਇਆ। ਜਿਸ ਦਿਨ ਤੁਹਾਨੂੰ ਪਤਾ ਲੱਗੇਗਾ ਮੈਂ ਵੀ ਸਦਾ ਵਾਲੀ ਨੀਂਦ ਸੌਂ ਜਾਣਾ ਹੈ, ਤੁਹਾਡਾ ਹੰਕਾਰ ਟੁੱਟ ਜਾਏਗਾ। ਤੁਹਾਡੀ ਲਾਈਫ ਜਿਹੜੀ ਆ ਉਹ ਹੈਪੀ ਬਣ ਜਾਏਗੀ। ਬਹੁਤ ਹੀ ਖੁਸ਼ ਮਿਜਾਜ ਇਨਸਾਨ ਤੁਸੀਂ ਹੋ ਜਾਓਗੇ ਉਸ ਦਿਨ, ਜਿਸ ਦਿਨ ਮਹਿਸੂਸ ਕਰੋਗੇ। ਗੱਲ ਪੜ੍ਹਨ ਸੁਣਨ ਦੀ ਨਹੀਂ ਹੁੰਦੀ, ਗੱਲ ਮਹਿਸੂਸ ਦੀ ਹੁੰਦੀ ਹੈ ਕਿ ਮੈਂ 4 ਦਿਵਸ ਕੇ ਪ੍ਰਾਹੁਣੇ ਹਾਂ, ਅਸੀਂ ਤੁਸੀਂ ਮੈਂ ਸਾਰੇ। ਇੱਕ ਕਹਾਣੀ ਪੜ੍ਹੀ ਸੀ ਮੈਂ, ਬੜੀ ਸੁੰਦਰ ਹੈ। ਦੇਖੋ ਜੇ ਤਾਂ ਤੁਸੀਂ ਇਹ ਮੰਨ ਲਿਆ ਮੈਂ ਹੈਗਾ ਸਦਾ ਇੱਥੇ, ਫਿਰ ਤਾਂ ਤੁਸੀਂ ਬਹੁਤ ਹੀ ਵਿਗਾੜ ਕਰਨਾ, ਆਪ ਵੀ ਪਰੇਸ਼ਾਨ, ਦੂਜਿਆਂ ਨੂੰ ਵੀ ਪਰੇਸ਼ਾਨ ਕਰੋਗੇ। ਕਹਿੰਦੇ ਇੱਕ ਨਵਾਬ ਸੀ, ਬਹੁਤ ਜ਼ਿਆਦਾ ਸਖਤ ਸੀ। ਉਹ ਬਹੁਤ ਜ਼ਿਆਦਾ ਸਖਤ ਸੀ। ਸਖਤ ਕਿਹੜੀ ਚੀਜ਼ ਹੁੰਦੀ ਆ? ਆਕੜੀ ਕਿਹੜੀ ਚੀਜ਼ ਹੁੰਦੀ ਆ? ਮੁਰਦੇ ਆਕੜੇ ਹੁੰਦੇ ਨੇ। ਬਸ ਜਿਹੜੇ ਬੰਦੇ 'ਚ ਬਹੁਤ ਆਕੜ ਹੋਵੇ ਸਮਝ ਲਿਓ ਉਹ 'ਚ ਸਿੱਖੀ ਮਰੀ ਹੋਈ ਆ। ਸਿੱਖੀ ਨਹੀਂ ਹੈਗੀ ਉਹ 'ਚ, ਮਰੀ ਹੋਈ ਆ ਉਹਦੇ ਅੰਦਰੋਂ ਸਿੱਖੀ। ਨਵਾਬ ਸੀ ਤੇ ਬੜਾ ਗੁੱਸੇ ਵਾਲਾ ਸੀ। ਨਿੱਕੀ ਨਿੱਕੀ ਗੱਲ ਤੇ ਸਜ਼ਾ ਦੇਣੀ। ਕਿੱਡੀ ਕੁ ਗੱਲ ਸੀ, ਉਹਨੇ 2 ਫੁੱਲਦਾਨ ਲੈ ਕੇ ਆਂਦੇ, ਉਹਦੇ ਵਿੱਚ ਫੁੱਲ ਰੱਖੇ ਗਏ ਤੇ ਆਖਿਆ ਜੇ ਕਿਸੇ ਨੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਝਾੜੂ ਵਗੈਰਾ ਲਾਉਂਦਿਆਂ ਤੋਂ ਟੁੱਟ ਗਏ ਨਾ ਤੇ ਉਹਨੂੰ ਮੈਂ ਫਾਂਸੀ ਦੇ ਦੇਣੀ ਆ, ਸਜ਼ਾ ਦੇ ਦੇਣੀ। ਚੱਲਦੀ ਸੀ, ਨਵਾਬ ਸੀ, ਉੱਥੇ ਨੌਕਰ ਸੀ ਇੱਕ ਤੇ ਝਾੜੂ ਲਾ ਰਿਹਾ ਸੀ। ਗਲਤੀਆਂ ਬੰਦੇ ਤੋਂ ਹੀ ਹੁੰਦੀਆਂ ਨੇ। ਉਹ ਤੋਂ ਕਦੇ ਕੋਈ ਗਲਤੀ ਨਹੀਂ ਹੁੰਦੀ ਜਿਹੜਾ ਕਦੇ ਕੁਝ ਕਰਦਾ ਹੀ ਨਹੀਂ। ਕਈ ਲੋਕ ਬਾਣੀ ਹੋਈ ਨਹੀਂ ਪੜ੍ਹਦੇ, ਸੰਗਤਾਂ ਡਰ ਜਾਂਦੀਆਂ ਨੇ ਗਲਤ ਨਾ ਪੜ੍ਹੀ ਜਾਵੇ, ਗਲਤ ਨਾ ਪੜ੍ਹੀ ਜਾਵੇ, ਜਦ ਕਿ ਬਾਣੀ ਨਾ ਪੜ੍ਹਨਾ ਹੀ ਸਭ ਤੋਂ ਵੱਡੀ ਗਲਤੀ ਆ।
ਉਹ ਸਫਾਈ ਕਰ ਰਿਹਾ ਸੀ ਨਾ, ਤੇ ਉਹ ਤੋਂ ਉਹ ਗੁਲਦਸਤਾ ਉਹ ਥੱਲੇ ਡਿੱਗ ਪਿਆ, ਟੁੱਟ ਗਿਆ। ਉਹ ਸੁਭਾਵਿਕ ਜੀ ਗੱਲ ਆ, ਤੁਹਾਡੇ ਤੋਂ, ਮੇਰੇ ਤੋਂ, ਸਾਡੇ ਤੋਂ ਬਹੁਤ ਚੀਜ਼ਾਂ ਜ਼ਿੰਦਗੀ 'ਚ ਟੁੱਟਦੀਆਂ ਨੇ। ਨਵਾਬ ਨੂੰ ਗੁੱਸਾ ਆ ਗਿਆ, ਕਿਹਨੇ ਤੋੜਿਆ? ਨੌਕਰ ਬਹੁਤ ਸੀ, ਲਿਆਂਦਾ ਗਿਆ। ਕਹਿੰਦੇ ਤੈਨੂੰ ਹੁਣ ਫਾਂਸੀ ਦੀ ਸਜ਼ਾ ਹੋਣੀ ਆ। ਬੰਦੇ ਦਾ ਹੰਕਾਰ ਹੀ ਹੁੰਦਾ ਇਹ, ਛੋਟੀਆਂ ਛੋਟੀਆਂ ਗਲਤੀਆਂ ਦੀ ਕਿਸੇ ਨੂੰ ਵੱਡੀ ਸਜ਼ਾ ਦੇਣਾ, ਇਹ ਬੰਦੇ ਦਾ ਹੰਕਾਰ ਹੀ ਹੁੰਦਾ। ਉਹ ਕਹਿਣ ਲੱਗਾ ਠੀਕ ਆ ਜੀ, ਸਜ਼ਾ ਤਾਂ ਦੇ ਦਿਓ। ਸਜ਼ਾ ਦੇਣ ਲੱਗੇ, ਸਾਰੀਆਂ ਤਿਆਰੀਆਂ ਹੋ ਗਈਆਂ। ਉਹ ਫੰਦਾ ਫਾਂਸੀ ਵਾਲਾ, ਉਹ ਸਾਰੀਆਂ ਜਲਾਦ, ਸਾਰੀਆਂ ਤਿਆਰੀਆਂ। ਕਹਿੰਦੇ ਜੀ ਆਖਰੀ ਇੱਛਾ ਕੀ ਆ? ਦੱਸ ਦੇ, ਤੇਰੀ ਆਖਰੀ ਤਮੰਨਾ ਕੀ ਆ? ਕਹਿੰਦੇ ਇਉਂ ਕਰੋ, ਇੱਕ ਗੁਲਦਸਤਾ ਤਾਂ ਮੈਥੋਂ ਟੁੱਟ ਗਿਆ ਨਾ, ਦੂਜਾ ਮੈਨੂੰ ਲਿਆ ਕੇ ਦਿਓ ਮਾੜਾ ਜਿਹਾ, ਮੈਂ ਦਰਸ਼ਨ ਕਰਨੇ ਆ ਉਹਦੇ। ਲਿਆ ਦਿੱਤਾ। ਉਹਨੇ ਐਂ ਹੱਥਾਂ 'ਚ ਫੜ ਕੇ ਨਾ ਤੇ ਥੱਲੇ ਸੁੱਟਤਾ, ਉਹ ਵੀ ਤੋੜਤਾ। ਕਹਿੰਦੇ ਇਹ ਕੀ ਗੱਲ ਹੋਈ? ਕਹਿੰਦਾ ਇਹਨੂੰ ਮੈਂ ਤਾਂ ਤੋੜ ਕੇ ਚੱਲਿਆ, ਜੇ ਸਫਾਈ ਕਰਦਿਆਂ ਤੋਂ ਕਿਸੇ ਹੋਰ ਵੀਰ ਤੋਂ ਟੁੱਟ ਗਿਆ, ਸੱਜਣ ਤੋਂ, ਉਹਨੂੰ ਨਵਾਬ ਸਾਹਿਬ ਜੀ ਤੁਸੀਂ ਮੇਰੇ ਵਾਲੀ ਸਜ਼ਾ ਦੇਣੀ ਆ, ਤੇ ਮੈਂ ਨਹੀਂ ਚਾਹੁੰਦਾ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਦੀ ਐਡੀ ਸਜ਼ਾ ਮਿਲੇ। ਮੈਂ ਹੀ ਇਹਨੂੰ ਤੋੜ ਦਿੰਦਾ, ਮੈਂ ਤਾਂ ਹੁਣ ਫਾਂਸੀ ਤੇ ਲੱਗਣਾ ਹੀ ਆ, ਤੇ ਕਿਸੇ ਦੀ ਜਾਨ ਤਾਂ ਮੈਂ ਬਚਾ ਜਾ, ਕਿਉਂਕਿ ਸਫਾਈ ਕਰਦਿਆਂ ਤੋਂ ਗਲਤੀ ਹੋਣੀ ਆ, ਚੀਜ਼ ਟੁੱਟ ਜਾਂਦੀ ਆ। ਚੀਜ਼ਾਂ ਦਾ ਇੰਨਾ ਮੁੱਲ ਨਹੀਂ। ਮੰਨ ਲਓ ਕੋਈ ਚੀਜ਼ ਟੁੱਟ ਗਈ, ਉਹਦੇ ਨਾਲ ਦੀ ਚੀਜ਼ ਦੁਬਾਰਾ ਲਿਆਂਦੀ ਜਾ ਸਕਦੀ ਆ। ਕਾਰ ਟੁੱਟ ਗਈ, ਸਵਿਫਟ ਕਾਰ ਹੈ, ਕੋਈ ਅਲਟੋ ਹੈ, ਕਈ ਅਲਟੋ ਮਿਲ ਜਾਣਗੀਆਂ, ਕਈ ਗੱਡੀਆਂ ਮਿਲ ਜਾਣਗੀਆਂ। ਬੰਦੇ ਦਾ ਮੁੱਲ ਜ਼ਿਆਦਾ ਹੈ, ਬੰਦਾ ਨਹੀਂ ਪੈਦਾ ਕੀਤਾ ਜਾ ਸਕਦਾ ਉਹਦੇ ਜੈਸਾ। ਚੀਜ਼ਾਂ ਆ ਜਾਂਦੀਆਂ ਨੇ। ਜਿਸ ਦਿਨ ਤੁਹਾਨੂੰ ਇਹ ਚੀਜ਼ਾਂ ਪਤਾ ਲੱਗਣਗੀਆਂ, ਉਸ ਦਿਨ ਤੁਹਾਡੀ ਲਾਈਫ ਆ ਜਿਹੜੀ ਅੰਦਰੋਂ ਖੂਬਸੂਰਤ ਹੋ ਜਾਏਗੀ। ਮਹਾਰਾਜ ਨੇ ਜਿਨ੍ਹਾਂ ਨੂੰ ਆਖਿਆ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਤੁਹਾਡੇ ਕੋਲ ਬੈਠ ਕੇ ਸਕੂਨ ਮਿਲੇਗਾ, ਦੂਜਿਆਂ ਨੂੰ ਵੀ ਤੁਹਾਨੂੰ ਤਾਂ ਮਿਲਣਾ ਹੀ ਆ। ਇਹ ਵਾਲੀ ਲਾਈਫ ਜਿਹੜੀ ਹੁੰਦੀ ਆ, ਉਹਨੂੰ ਬਣਾਉਣ ਲਈ ਤੁਹਾਨੂੰ ਗੁਰੂ ਦੀ ਲੋੜ ਪੈਂਦੀ ਆ। ਇੱਥੇ ਜੋ ਭਗਤ ਜੀ ਕਹਿ ਰਹੇ ਨੇ ਨਾ, ਬੰਦਿਆ ਤੈਨੂੰ ਇੰਨੇ ਭਰਮ ਨੇ, ਭਰਮਾਂ 'ਚ ਤੈਨੂੰ ਹੰਕਾਰ ਆ, ਹੰਕਾਰ ਦੇ ਕਰਕੇ ਤੂੰ ਨਾ ਆਪ ਜਿਉਂ ਪਾਉਣਾ, ਨਾ ਤੂੰ ਦੂਜਿਆਂ ਨੂੰ ਜਿਉਣ ਦਿੰਦਾ। ਮਾਧਵੇ ਕਿਆ ਕਹੀਏ ਭ੍ਰਮੈਸਾ, ਕੀ ਕਹੀਏ, ਬਹੁਤ ਭਰਮ ਨੇ। ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੜੀ ਗੱਲ ਅਸੀਂ ਮੰਨੀ ਫਿਰਦੇ ਹਾਂ ਉਹ ਹੈ ਨਹੀਂ, ਜਿਹੜੀ ਹੈਗੀ ਆ ਉਹ ਮੰਨਦੇ ਨਹੀਂ। ਗੁਰਬਾਣੀ ਸਾਨੂੰ ਬੜੇ ਤਰੀਕਿਆਂ ਦੇ ਨਾਲ ਸਮਝਾਉਂਦੀ ਹੈ ਗੁਰਸਿੱਖ ਪਿਆਰਿਓ। ਅੱਗੇ ਇੱਕ ਉਦਾਹਰਨ ਦੇ ਰਹੇ ਨੇ ਭਗਤ ਜੀ ਦੇ ਹੁਕਮਨਾਮੇ ਵਿੱਚ। ਉਦਾਹਰਨਾਂ ਬੜੀਆਂ ਨੇ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਭਗਤ ਜੀ ਕਹਿੰਦੇ ਮੈਂ ਦੱਸਦਾ ਹਾਂ ਬੰਦਾ ਕਿਉਂ ਰੋਂਦਾ, ਕੀ ਹੋ ਜਾਂਦਾ। ਬੰਦੇ ਦਾ ਕਾਰਨ ਦੱਸਦੇ ਨੇ ਜ਼ਿੰਦਗੀ 'ਚ ਆ ਕੇ ਰੋਣ ਦਾ। ਕਹਿੰਦੇ ਇੱਕ ਰਾਜਾ ਸੀ, ਨਰਪਤ ਹੁੰਦਾ ਰਾਜਾ। ਇੱਕ ਰਾਜਾ ਸੀ, ਸਿੰਘਾਸਨ ਤੇ ਬੈਠਾ ਸੀ, ਆਸੇ ਪਾਸੇ ਸੇਵਾਦਾਰ ਤੇ ਨੌਕਰ ਚਾਕਰ ਉਹਦੇ ਗੋਲੇ। ਤੇ ਉਹਨੂੰ ਨੀਂਦ ਆ ਗਈ, ਥਕਾਵਟ ਹੋਈ ਵੀ ਸੀ, ਨੀਂਦ ਆ ਗਈ ਸਿੰਘਾਸਨ ਤੇ ਬੈਠੇ ਬੈਠੇ ਨੂੰ। ਤੇ ਸੁਪਨੇ ਭਇਆ ਭਿਖਾਰੀ। ਸੁਪਨਾ ਆ ਗਿਆ, ਨੀਂਦ ਵਿੱਚ ਸੁਪਨਾ ਆਇਆ, ਸੁਪਨੇ 'ਚ ਬਣ ਗਿਆ ਭਿਖਾਰੀ, ਮੰਗਤਾ ਬਣ ਗਿਆ। ਸੁਪਨੇ 'ਚ ਹੋ ਰਿਹਾ ਸਭ ਕੁਝ ਉਹਦੇ, ਤੇ ਦਰ ਦਰ ਤੇ ਮੰਗ ਰਿਹਾ ਜਾ ਰਿਹਾ। ਕਿਸੇ ਘਰ ਵਿੱਚੋਂ ਖੈਰ ਪੈ ਜਾਂਦੀ ਆ, ਕਿਸੇ ਘਰ ਦੇ ਵਿੱਚੋਂ ਕਹਿੰਦੇ ਨੇ ਤੇਰੇ ਹੱਥ ਪੈਰ ਹੈਗੇ ਆ, ਤੂੰ ਕਰਕੇ ਖਾਇਆ ਕਰ। ਇੱਦਾਂ ਲੋਕ ਉਹਨੂੰ ਕਹਿੰਦੇ ਨੇ। ਤੁਰਿਆ ਜਾ ਰਿਹਾ ਤੇ ਇੱਕ ਸੁਪਨੇ 'ਚ ਹੋ ਰਿਹਾ ਉਹਦੇ, ਕੁੱਤੇ ਨੇ ਉਹਨੂੰ ਕੱਟ ਲਿਆ, ਦੰਦ ਮਾਰ ਦਿੱਤੇ, ਖੂਨ ਨਿਕਲਣ ਲੱਗਿਆ। ਵੈਦ ਕੋਲੇ ਜਾਂਦਾ ਹੈ, ਕਹਿੰਦਾ ਵੈਦ ਜੀ ਮੇਰਾ ਇਲਾਜ ਕਰ ਦਿਓ। ਵੈਦ ਕਹਿੰਦਾ ਪਹਿਲਾਂ ਪੈਸੇ ਕੱਢ, ਫਿਰ ਤੇਰਾ ਇਲਾਜ ਹੋਵੇਗਾ। ਸੁਪਨੇ 'ਚ ਸਭ ਕੁਝ ਉਹਦੇ ਹੋ ਰਿਹਾ। ਰੋਇਆ, ਬਹੁਤ ਰੋਇਆ। ਕਹਿੰਦਾ ਜੇ ਮੇਰੇ ਕੋਲ ਪੈਸੇ ਹੁੰਦੇ ਨਾ ਤੇ ਤੂੰ ਮੇਰੇ ਘਰੇ ਚੱਲ ਕੇ ਆਉਣਾ ਸੀ। ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ। ਮੇਰੇ ਕੋਲ ਅੱਜ ਪੈਸੇ ਨਹੀਂ, ਮੈਂ ਭਿਖਾਰੀ ਹਾਂ ਤੇ ਮੈਨੂੰ ਤੂੰ ਖਾਲੀ ਮੋੜ ਰਿਹਾ। ਵੈਦ ਕਹਿੰਦਾ ਇਲਾਜ ਤਾਂ ਕਰ ਦੂੰਗਾ, ਪਹਿਲਾਂ ਪੈਸੇ ਰੱਖ ਮੇਰੀ ਤਰੀ ਤੇ। ਰੋਇਆ, ਬਹੁਤ ਰੋਇਆ, ਰੋ ਰਿਹਾ ਸੁਪਨੇ 'ਚ।
ਅੱਖ ਖੁੱਲ੍ਹ ਗਈ। ਜਦੋਂ ਉੱਠਿਆ ਉਹ ਸਾਰਾ ਪ੍ਰਭਾਵ ਸੁਪਨੇ ਦਾ ਸਰੀਰ ਤੇ ਦਿਖਿਆ ਉਹਨੂੰ। ਕਹਿੰਦਾ ਲੈ ਮਨਾ, ਤੂੰ ਰੋ ਰਿਹਾ ਸੀ, ਤੂੰ ਤਾਂ ਸੀਗਾ ਰਾਜਾ। ਸੀ ਰਾਜਾ, ਸੁਪਨੇ 'ਚ ਭਿਖਾਰੀ ਬਣ ਗਿਆ, ਸੁਪਨੇ ਨੂੰ ਸੱਚ ਮੰਨ ਲਿਆ ਤੇ ਆਹ ਰੋਂਦਿਆਂ ਜ਼ਿੰਦਗੀ ਕੱਢ ਦਿੱਤੀ। ਜਿਹੜਾ ਦਿਨ ਸੀ ਉਹ ਰੋਂਦਿਆਂ ਬਤੀਤ ਕਰ ਦਿੱਤਾ। ਸੁਪਨੇ ਦਾ ਇੰਨਾ ਪ੍ਰਭਾਵ ਆ ਬੰਦੇ ਤੇ, ਤੁਹਾਨੂੰ ਬੁਰਾ ਸੁਪਨਾ ਆ ਜੇ ਤੇ ਤੁਹਾਨੂੰ ਮੁੜਕਾ ਆ ਜਾਏਗਾ, ਇੰਨਾ ਜ਼ਿਆਦਾ ਪ੍ਰਭਾਵ ਹੈ। ਕਹਿੰਦਾ ਇਹ ਤਾਂ ਸੁਪਨਾ ਸੀ, ਲੈ ਮੈਂ ਐਵੇਂ ਰੋਈ ਗਿਆ। ਤਾਂ ਇਹ ਹੁਣ ਉਦਾਹਰਨ ਦਿੱਤੀ ਗੁਰੂ ਮਹਾਰਾਜ ਜੀ ਨੇ, ਭਗਤ ਰਵਿਦਾਸ ਜੀ ਨੇ। ਬੰਦਾ ਵੀ ਜਦੋਂ ਭਰਮਾਂ ਨੂੰ ਸੱਚ ਮੰਨ ਲੈਂਦਾ, ਸੁਪਨੇ ਨੂੰ ਸੱਚ ਮੰਨ ਲੈਂਦਾ, ਉਦੋਂ ਰੋਂਦਾ ਹੈ। ਜਦੋਂ ਜ਼ਿੰਦਗੀ ਨੂੰ ਖੇਡ ਮੰਨ ਲੈਂਦਾ, ਇਹ ਜ਼ਿੰਦਗੀ ਆ, ਨਫਾ ਹੋਣਾ ਖੇਡ ਆ, ਨੁਕਸਾਨ ਹੋਣਾ ਖੇਡ ਆ। ਨਫਾ ਹੋਣ ਦਾ ਕੋਈ ਚਾਅ ਨਹੀਂ, ਨੁਕਸਾਨ ਹੋਏ ਤੋਂ ਕੋਈ ਚੀਕਾਂ ਨਹੀਂ ਮਾਰਦੇ ਅਸੀਂ, ਇਹਨੂੰ ਸਿੱਖੀ ਕਿਹਾ ਜਾਂਦਾ ਹੈ। ਇਹ ਅਵਸਥਾ ਵਿਚਾਲੇ ਆ, ਨਾ ਤਾਂ ਖੁਸ਼ੀ ਦਾ ਬਾਹਲਾ ਚਾਅ, ਨਾ ਗਮੀ ਦਾ ਬਾਹਲਾ ਦੁੱਖ। ਮੈਂ ਵਿਚਾਲੇ ਖੜਾ, ਸਟੇਬਲ ਜਿਹਾ ਹਾਂ, ਬੈਲੈਂਸ ਬਣਿਆ ਹੋਇਆ, ਸੰਤੁਲਨ ਬਣਿਆ ਹੋਇਆ ਭਾਵ ਕੀ। ਤਾਂ ਇਹਨੂੰ ਕਿਹਾ ਜਾਂਦਾ ਹੈ ਭਰਮਾਂ ਦੇ ਵਿੱਚ ਨਹੀਂ ਉਹ ਪੈਂਦਾ ਬੰਦਾ, ਜਿਹੜਾ ਕਿ ਗੁਰੂ ਦੀ ਬਾਣੀ ਪੜ੍ਹਦਾ ਹੈ ਤੇ ਕਮਾਉਂਦਾ ਵੀ ਆ। ਜਦੋਂ ਮਹਾਂਪੁਰਸ਼ਾਂ ਨੂੰ ਪੜ੍ਹਦੇ ਹਾਂ, ਉਹ ਪਤਾ ਬਹੁਤ ਸੁੰਦਰ ਗੱਲ ਕਹਿੰਦੇ ਨੇ। ਕਹਿੰਦੇ ਇਉਂ ਨਹੀਂ ਕਹਿਣਾ ਚਾਹੀਦਾ, ਇਉਂ ਨਹੀਂ ਕਹਿਣਾ ਚਾਹੀਦਾ ਬਾਣੀ ਪੜ੍ਹਿਆ ਕਰੋ, ਇਉਂ ਕਹਿਣਾ ਚਾਹੀਦਾ ਬਾਣੀ ਜੈਸੇ ਬਣਿਆ ਕਰੋ। ਜਦੋਂ ਇਉਂ ਕਹਿ ਦਿੰਦੇ ਆ ਬਾਣੀ ਪੜ੍ਹਿਆ ਕਰੋ, ਲੋਕ ਪੜ੍ਹ ਕੇ ਹੀ ਛੱਡ ਦਿੰਦੇ ਆ। ਇਉਂ ਕਹਿਣਾ ਚਾਹੀਦਾ ਬਾਣੀ ਜੈਸੇ ਬਣਿਆ ਕਰੋ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਮਹਾਰਾਜ ਨੇ ਆਪ ਹੀ ਕਹੀ ਆ ਇਹ ਗੱਲ, ਗੁਰਬਾਣੀ ਪੜ੍ਹੀਏ ਦੀ ਜਗ੍ਹਾ ਆਖਿਆ ਗੁਰਬਾਣੀ ਬਣੀ ਹੈ। ਬਣ ਜਾਵੋ ਗੁਰਬਾਣੀ ਜੈਸੇ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਰਾਜਾ ਸੀ, ਸੁਪਨੇ 'ਚ ਆਪਦੇ ਆਪ ਨੂੰ ਭਿਖਾਰੀ ਸਮਝ ਬੈਠਾ ਤੇ ਰੋਇਆ। ਅਸੀਂ ਵੀ ਇਉਂ ਰੋਂਦੇ ਹਾਂ, ਸੋ ਗਤ ਭਈ ਹਮਾਰੀ। ਅਸੀਂ ਵੀ ਇਉਂ ਹੀ ਕਰਦੇ ਹਾਂ, ਸੁਪਨੇ ਨੂੰ ਸੱਚ ਮੰਨ ਲੈਂਦੇ ਹਾਂ, ਰੋਂਦੇ ਹਾਂ। ਇਹ ਨਹੀਂ ਵੇਖਦੇ ਕਿ ਇਹ ਜ਼ਿੰਦਗੀ ਇੱਕ ਸੁਪਨਾ ਹੈ। ਸੁਪਨੇ ਨੂੰ ਸੱਚ ਮੰਨ ਲੈਂਦੇ ਹਾਂ, ਕਿਸੇ ਦਾ ਕਤਲ ਹੋ ਜਾਂਦਾ ਹੈ ਜ਼ਮੀਨ ਦੀ ਖਾਤਰ, ਇਉਂ ਨਹੀਂ ਵਹਿੰਦੇ 4 ਦਿਨਾਂ ਦੇ ਪ੍ਰਾਹੁਣੇ ਆ, ਬਾਅਦ 'ਚੋਂ ਰੋਂਦੇ ਹਾਂ। ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਆ, ਉਹਨੂੰ ਮਾਫ਼ ਕਰਨ ਦਾ ਦਿਲ ਹੀ ਨਹੀਂ ਸਾਡੇ ਕੋਲੇ, ਆਕੜ ਜਾਂਦੇ ਹਾਂ। ਮੁਰਦਿਆਂ ਦਾ ਸੁਭਾਅ ਹੈ ਆਕੜਨਾ, ਉਹ ਆਕੜਦੇ ਹੁੰਦੇ ਨੇ। ਸਿੱਖ ਨਹੀਂ ਕਦੇ ਆਕੜਦਾ, ਸਿੱਖ 'ਚ ਨਿਮਰਤਾ ਹੁੰਦੀ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਕੁਦਰਤੀ ਤੌਰ 'ਤੇ ਜਿਹੜੀ ਭਗਤਾਂ ਦੀ ਬਾਣੀ ਹੈ ਨਾ, ਉਹਦੀ ਤਸੀਰ ਬੜੀ ਸੋਹਣੀ ਆ। ਹਰ ਚੀਜ਼ ਦੀ ਇੱਕ ਤਾਸੀਰ ਹੁੰਦੀ ਆ। ਜਿਹੜੀ ਭਗਤਾਂ ਦੀ ਬਾਣੀ ਹੈ ਨਾ, ਬਾਕਮਾਲ ਹੈ, ਬਹੁਤ ਜ਼ਿਆਦਾ ਖੂਬਸੂਰਤ ਹੈ। ਉਦਾਹਰਨਾਂ ਬਹੁਤ ਦਿੰਦੇ ਨੇ ਭਗਤ ਜੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਭਰੇ, ਅਬ ਕਹਤੇ ਕਹਿਣ ਨਾ ਆਇਆ। ਕਹਿੰਦੇ ਮੈਂ ਇੱਕ ਦਿਨ ਸੋਨੇ ਦਾ ਕੰਗਣ ਦੇਖਿਆ। ਕੰਗਣ ਨੂੰ ਕੰਗਣ ਕਹਿੰਦੇ ਹਾਂ, ਬਣਿਆ ਦਾ ਸੋਨੇ ਤੋਂ ਆਣਾ। ਤੇ ਇੱਕ ਦਿਨ ਮੈਂ ਸੋਨੇ ਤੋਂ ਬਣੇ ਗਲ 'ਚ ਪਹਿਨਣ ਵਾਲੇ ਗਹਿਣੇ ਦੇਖੇ, ਹਾਰ ਦੇਖੇ। ਉਹਨਾਂ ਨੂੰ ਹਾਰ ਕਹਿੰਦੇ ਨੇ ਲੋਕ, ਹੱਥ 'ਚ ਪਾਉਣ ਵਾਲੇ ਨੂੰ ਕੜਾ ਕਹਿੰਦੇ ਨੇ, ਮੁੰਦਰੀ ਕਹਿੰਦੇ ਨੇ, ਛਾਪ ਕਹਿੰਦੇ ਨੇ, ਕੰਨਾਂ 'ਚ ਪਾਉਣ ਵਾਲਿਆਂ ਨੂੰ ਵਾਲੀਆਂ ਕਹਿੰਦੇ ਨੇ। ਇੰਨੇ ਗਹਿਣੇ ਨੇ ਸੋਨੇ ਦੇ। ਜਿਵੇਂ ਮੱਥੇ 'ਤੇ ਲਾਉਣ ਵਾਲੇ ਪੁਰਾਤਨ ਸਮੇਂ ਵਿੱਚ ਸੱਗੀ ਫੁੱਲ, ਉਹਨਾਂ ਨੂੰ ਜਿਵੇਂ ਕਿਹਾ ਜਾਂਦਾ ਸੀ। ਵੱਖ ਵੱਖ ਤਰ੍ਹਾਂ ਦੇ ਗਹਿਣੇ ਨੇ। ਉਦਾਹਰਨਾਂ ਇਹ ਤਾਂ ਸਿਰਫ ਕਹਿੰਦੇ ਹੈਗਾ ਤਾਂ ਉਹ ਸੋਨਾ ਹੀ ਆ ਨਾ, ਸੋਨੇ ਤੋਂ ਬਣੇ ਨੇ। ਤੁਸੀਂ, ਮੈਂ, ਸਾਰੀ ਦੁਨੀਆ ਪਰਮਾਤਮਾ ਨੇ ਇੱਕ ਮਿੱਟੀ ਤੋਂ ਬਣਾਈ ਆ, ਤੇ ਹੈਗੇ ਤਾਂ ਸਾਰੇ ਮਿੱਟੀਓਂ ਹੀ ਆ ਨਾ। ਭਾਵ ਕਿ ਕੋਈ ਕੁਝ ਬਣਿਆ ਫਿਰਦਾ, ਕੋਈ ਕੁਝ ਬਣਿਆ ਫਿਰਦਾ ਹੈ, ਕੋਈ ਕਿਤਨਾ ਆਪਦੇ ਆਪ ਨੂੰ ਵੱਡਾ ਖਵਾਉਂਦਾ, ਕੋਈ ਕੀ ਕਹਾਈ ਜਾਂਦਾ। ਹੈਗੇ ਤਾਂ ਮਿੱਟੀਓਂ ਹੀ ਆ। ਕਬੀਰ ਮਾਟੀ ਕੇ ਹਮ ਪੁੱਤਰੇ, ਮਾਨਸ ਰਾਖਿਓ ਨਾਉ। ਮਿੱਟੀ ਦੇ ਅਸੀਂ ਪੁਤਲੇ ਹਾਂ। ਮਨੁੱਖ ਸਾਨੂੰ ਕਿਹਾ ਜਾਂਦਾ। ਮਨੁੱਖ ਵੀ ਕਿਸੇ ਨੇ ਕਹਿ ਦਿੱਤਾ ਤੇ ਨਾਮ ਰੱਖਿਆ, ਤੇ ਮਨੁੱਖਾਂ ਨਾ, ਵੈਸੇ ਹਾਂ ਮਿੱਟੀ ਦੇ ਪੁਤਲੇ। ਅੱਗੇ ਪੰਕਤੀ ਬੜੀ ਸੋਹਣੀ ਆ। 4 ਦਿਵਸ ਕੇ
ਪ੍ਰਾਹੁਣੇ ਹੈਗੇ 4 ਦਿਨਾਂ ਦੇ ਪ੍ਰਾਹੁਣੇ ਹਾਂ। ਵੱਡ ਵੱਡ ਰੂਦੇ ਠਾਓ ਤੇ ਆਕੜ ਕੇ ਬਹੁਤ ਥਾਵਾਂ ਮਲਦੇ ਹਾਂ। ਆਕੜ ਕੇ ਤੁਰਦੇ ਹਾਂ, ਟੇਢੇ ਹੋ ਕੇ ਤੁਰਦੇ ਹਾਂ। ਮਹਾਰਾਜ ਕਹਿੰਦੇ ਪੈਲੀ ਵਾਹ ਦਿਓ ਪੂਰੀ, ਸੁਹਾਗਾ ਫੇਰ ਦਿਓ, ਜ਼ਮੀਨ ਪੱਧਰੀ ਕਰ ਦਿਓ, ਸੱਪ ਨੂੰ ਲਿਆ ਕੇ ਛੱਡੋ। ਜ਼ਮੀਨ ਪੱਧਰੀ ਆ, ਉਹਨੇ ਟੇਢਾ ਤੁਰਨਾ, ਉਹਦਾ ਕਾਰਨ ਉਹ 'ਚ ਜ਼ਹਿਰ ਆ। ਜਿਹੜਾ ਬੰਦਾ ਉਹਦੇ ਜੀਵਨ ਦੀ ਚਾਲ ਚਲਤ ਕਤ ਟੇਢੇ ਟੇਢੇ ਆ ਤਾਂ ਉਹ ਹੰਕਾਰਿਆ ਹੋਇਆ, ਉਹ 'ਚ ਵੀ ਜ਼ਹਿਰ ਆ। ਸੱਪ ਸੱਪ ਹੈ, ਉਹ ਤਾਂ ਉਦਾਹਰਨ ਲਈ ਆ। ਗੱਲ ਸੱਪ ਦੀ ਕੀਤੀ ਆ, ਕਹਿ ਬੰਦੇ ਨੂੰ ਦਿੱਤਾ। ਇਹ ਖਾਸੀਅਤ ਹੈ ਬਾਣੀ ਦੀ। ਹੰਸ ਦੀ ਉਦਾਹਰਨ ਲੈ ਕੇ ਸੰਤਾਂ ਨੂੰ ਕਹਿ ਦਿੱਤਾ। ਬਗਲੇ ਦੀ ਉਦਾਹਰਨ ਲੈ ਕੇ ਠੱਗ ਬੰਦੇ ਨੂੰ, ਭੇਖੀ ਬੰਦੇ ਨੂੰ ਕਹਿ ਦਿੱਤਾ। ਉਦਾਹਰਨਾਂ ਨੇ। ਇੱਥੇ ਕਹਿੰਦੇ ਨੇ ਅਨਕ ਕਟਕ ਜੈਸੇ ਭੂਲ ਭਰੇ, ਅਬ ਕਹਤੇ ਕਹਿਣ ਨਾ ਆਇਆ। ਸੋਨੇ ਦਾ ਕੰਗਣ ਵੇਖ ਕੇ ਮੈਂ ਕਹਿਤਾ ਕੰਗਣ, ਇਹ ਨਹੀਂ ਸੀ ਪਤਾ ਇਹ ਸੋਨਾ। ਗਲ 'ਚ ਪਾਉਣ ਵਾਲੇ ਹਾਰ ਨੂੰ ਵੇਖ ਕੇ ਕਹਿਤਾ ਹਾਰ, ਇਹ ਨਹੀਂ ਸੀ ਪਤਾ ਇਹ ਸੋਨਾ ਹੀ ਆ। ਜਦੋਂ ਇਕੱਠੇ ਕਰਕੇ ਮੈਂ ਭੱਠੀ 'ਚ ਸੁੱਟੇ ਸਾਰੇ, ਭਗਤ ਜੀ ਕਹਿੰਦੇ ਉਹ ਸੋਨਾ ਹੀ ਬਣ ਗਏ। ਕਹਿੰਦੇ ਸਮੁੰਦਰ ਕੋਲ ਮੈਂ ਗਿਆ, ਸਾਗਰ ਗਿਆ, ਦੇਖ ਕੇ ਆਇਆ। ਕਹਿੰਦੇ ਦੇਖ ਆਇਆ ਲਹਿਰਾਂ ਤੇ ਆ ਕੇ ਕਹਿ ਦਿੱਤਾ ਸਮੁੰਦਰ ਦੇਖ ਆਇਆ। ਲਹਿਰਾਂ ਹੋਰ ਨੇ, ਮੈਨੂੰ ਲੱਗਦਾ ਸੀ ਪਹਿਲਾਂ ਸਮੁੰਦਰ ਹੋਰ ਆ। ਨਹੀਂ, ਸਮੁੰਦਰ ਹੀ ਲਹਿਰਾਂ ਨੇ, ਲਹਿਰਾਂ ਹੀ ਸਮੁੰਦਰ ਨੇ, ਇੱਕ ਚੀਜ਼ ਹੀ ਆ। ਪਰਮਾਤਮਾ ਹੀ ਦੁਨੀਆ ਦੇ ਵਿੱਚ, ਦੁਨੀਆ ਪਰਮਾਤਮਾ ਦੇ ਵਿੱਚ ਵਸਦੀ ਆ। ਬਲਹਾਰੀ ਕੁਦਰਤ ਵਸਿਆ, ਫਰਕ ਨਹੀਂ ਇਹਨਾਂ 'ਚ ਕੋਈ। ਹਰ ਦੇ ਵਿੱਚੋਂ ਦੇਖਿਆ ਭਾਵ ਕਿ ਮੈਨੂੰ ਨਜ਼ਰ ਆਇਆ, ਇਹ ਉਹਨਾਂ ਦੀ ਅਵਸਥਾ ਦੀਆਂ ਗੱਲਾਂ ਨੇ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਭਗਤ ਜੀ ਕਹਿੰਦੇ ਮੈਨੂੰ ਸਾਰਿਆਂ 'ਚ ਨਜ਼ਰ ਆਇਆ। ਜਿਵੇਂ ਆਪਾਂ ਪਹਿਲਾਂ ਸਮੁੰਦਰ ਹੋਰ, ਸਾਗਰ ਹੋਰ, ਲਹਿਰਾਂ ਹੋਰ ਕਹਿੰਦੇ ਆ। ਜਦੋਂ ਆਪਾਂ ਨੂੰ ਪਤਾ ਲੱਗਦਾ ਨਹੀਂ, ਲਹਿਰਾਂ ਹੀ ਸਮੁੰਦਰ ਦਾ ਰੂਪ ਹੁੰਦੀਆਂ ਨੇ। ਪਹਿਲਾਂ ਦੁਨੀਆ ਕੁਝ ਹੋਰ ਲੱਗਦੀ ਸੀ, ਪਰਮਾਤਮਾ ਕੁਝ ਹੋਰ ਲੱਗਦਾ ਸੀ। ਪਰਮਾਤਮਾ ਮੰਨਦਾ ਸੀ 7ਵੇਂ ਅਸਮਾਨ ਤੇ ਬੈਠਾ ਹੋਣਾ ਖਣੀ, ਇਵੇਂ ਮੰਨਦੇ ਸੀ। ਫਿਰ ਕਹਿੰਦੇ ਨਹੀਂ, ਉਹੀ ਬੂੰਦ ਸਾਗਰ, ਸਾਗਰ ਬੂੰਦ ਆ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕੌਣ ਬੁਝੈ ਵਿਦ ਜਾਣੈ, ਕੌਣ ਬੁਝੈ ਵਿਦ ਜਾਣੈ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ, ਦਿਨ 'ਚ ਰਾਤ ਲੁਕੀਆ, ਰਾਤ 'ਚ ਦਿਨ। ਇਹ ਚੀਜ਼ਾਂ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਦੇ ਵਿੱਚ ਧਿਆਨ, ਧਿਆਨ ਦੇ ਵਿੱਚ ਹੀ ਉਹ ਪਰਮਾਤਮਾ ਦਾ ਸਰੂਪ। ਹਰ ਬੰਦੇ ਦੇ ਅੰਦਰ ਇਸਤਰੀ, ਹਰ ਇਸਤਰੀ ਦੇ ਅੰਦਰ ਮਰਦ ਲੁਕਿਆ ਹੋਇਆ, ਛੁਪਿਆ ਹੋਇਆ। ਕਾਰਨ ਮਾਂ ਪਿਓ ਤੋਂ ਸਰੀਰ ਆਇਆ, ਦੋਨਾਂ ਦੀ ਅੰਸ਼ ਵਿੱਚ ਹੀ ਪਈ ਆ। ਆਤਮਾ ਪਰਮਾਤਮਾ ਤੋਂ ਆਈ ਆ, ਉਹਦੀ ਅੰਸ਼ ਵੀ ਵਿੱਚ ਹੀ ਪਈ ਆ। ਕਹੋ ਕਬੀਰ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਾਨਸ। ਕਹਿ ਰਵਿਦਾਸ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਭਗਤ ਜੀ ਦੀ ਇੱਕ ਤਾਂ ਗੁਰੂ ਸਾਹਿਬ ਜੀ ਦੇ ਵਿੱਚ ਬਾਣੀ ਹੈ, ਇੱਕ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਗ੍ਰੰਥ ਹੈ। ਜਿਹੜੇ ਇਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਇਕੱਤਰ ਕਰਕੇ ਰੱਖੀ ਆ। ਗ੍ਰੰਥ ਦਾ ਨਾਮ ਹੈ ਸੋਹਣ। ਭਗਤ ਰਵਿਦਾਸ ਜੀ ਦੇ ਉਸ ਗ੍ਰੰਥ ਦਾ ਨਾਮ ਹੈ ਸੋਹਣ। ਉਹਦੇ ਵਿੱਚ ਇਹਨਾਂ ਨੂੰ ਪਿਆਰ ਕਰਨ ਵਾਲਿਆਂ ਨੇ ਇਹਨਾਂ ਦੀ ਬਾਣੀ ਨੂੰ ਸਾਂਭਿਆ। ਗੁਰੂ ਮਹਾਰਾਜ ਨੇ ਫਿਰ ਭਗਤਾਂ ਦੀ ਬਾਣੀ ਚੁਣ ਚੁਣ ਕੇ ਦਰਜ ਕੀਤੀ ਹੋਈ ਹੈ। ਸੋ ਕਹਿਣਾ ਆਪਾਂ ਨੂੰ ਇਹ ਪਵੇਗਾ, ਚੌਂਕ ਦੇ ਵਿੱਚ ਜੁੱਤੀਆਂ ਗੰਢਣ ਵਾਲੇ ਤਾਂ ਬਹੁਤ ਨੇ, ਭਗਤ ਜੀ ਜੈਸਾ ਨਹੀਂ ਕੋਈ ਮਿਲੇਗਾ। ਭਗਤ ਜੀ ਜੈਸਾ ਨਹੀਂ ਕੋਈ ਮਿਲੇਗਾ, ਜਿਹੜਾ ਤੁਹਾਡਾ ਮਨ ਵੀ ਗੰਢ ਦੇਵੇ ਰੱਬੀ ਬਾਣੀ ਨਾਲ ਸੁਣਾ ਕੇ। ਐਸਾ ਉਹਨਾਂ ਦਾ ਜੀਵਨ ਹੈ ਭਗਤ ਜੀ ਦਾ। ਉਹਨਾਂ ਦੀ ਬਾਣੀ ਵਿੱਚ ਤੁਹਾਨੂੰ ਉਦਾਹਰਨਾਂ, ਰੱਬੀ ਗਿਆਨ ਤੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਨ੍ਹਾਂ ਨੂੰ ਸ਼ੂਦਰ ਸ਼ੂਦਰ ਕਹਿੰਦੇ ਸੀ, ਉਹਨਾਂ ਨੂੰ ਹੀ ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਰਾਜੇ ਨੇ ਹਾਥੀ ਤੇ ਬਿਠਾ ਕੇ ਤੇ ਸਿਰ ਤੇ ਛਤਰ ਚਲਾ ਕੇ ਚੌਰ ਕਰਕੇ ਭਗਤ ਜੀ ਦਾ
ਸਾਰੇ ਬਨਾਰਸ ਦੇ ਵਿੱਚ ਗੇੜਾ ਕਢਵਾਇਆ ਤੇ ਬ੍ਰਾਹਮਣਾਂ ਦਾ ਹੰਕਾਰ ਤੋੜਿਆ। ਐਸੇ ਭਗਤ ਜੀ ਹੋਏ। ਸੋ ਇਨਸਾਨ ਨੂੰ ਭਰਮ ਨੇ ਇਹ ਕਿਹਾ ਹੈ, ਮਾਧਵੇ ਕਿਆ ਕਹੀਏ ਪ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਸਾਨੂੰ ਇੰਨੇ ਭਰਮ ਹਨ, ਇੰਨੇ ਭਰਮ ਨੇ, ਅਸੀਂ ਹੈਗੇ ਕੁਝ ਹੋਰ ਹਾਂ, ਦਿਖਦੇ ਕੁਝ ਹੋਰ ਹਾਂ, ਦਿਖਾਉਂਦੇ ਕੁਝ ਹੋਰ ਹਾਂ। ਅਸਲ ਕੋਈ ਚੀਜ਼ ਹਾਂ, ਦੇਖ ਅੰਦਰੋਂ ਕੁਝ ਹੋਰ ਹਾਂ, ਬਾਹਰੋਂ ਕੁਝ ਹੋਰ ਪ੍ਰਗਟ ਕਰਦੇ ਹਾਂ। ਇਹਨੂੰ ਵਿਖਾਵਾ ਕਹਿੰਦੀ ਆ ਬਾਣੀ। ਇਹ ਕਦੇ ਵੀ ਸਿੱਖ ਨੇ ਕਰਨਾ ਨਹੀਂ ਹੁੰਦਾ, ਕਦੇ ਵੀ। ਇਹਦੇ ਨਾਲ ਜ਼ਿੰਦਗੀ ਖੁਆਰ ਹੋ ਜਾਂਦੀ ਆ। ਜੋ ਮੈਂ ਹੈਗਾ ਹੀ ਨਹੀਂ ਹੈਗਾ, ਜੋ ਮੈਂ ਹੈ ਹੀ ਨਹੀਂ, ਉਹ ਮੈਂ ਕਿਉਂ ਤੁਹਾਨੂੰ ਦਿਖਾਵਾਂ ਵੀ ਮੈਂ ਇਹ ਹੈਗਾ। ਜੋ ਤੁਸੀਂ ਨਹੀਂ ਹੈਗੇ, ਤੁਸੀਂ ਨਹੀਂ ਹੋ, ਉਹ ਕਿਉਂ ਪੇਸ਼ ਕਰ ਰਹੇ ਹੋ ਆਪਣੇ ਆਪ ਨੂੰ। ਜੈਸਾ ਮਾਨੀਏ ਹੋਏ ਨਾ ਤੈਸਾ, ਕਿਉਂਕਿ ਭਰਮ ਨੇ। ਭਰਮ ਨੂੰ ਸੱਚ, ਸੱਚ ਨੂੰ ਭਰਮ ਮੰਨੀ ਫਿਰਦੇ ਹਾਂ। ਮਿੱਠੀਆਂ ਚੀਜ਼ਾਂ ਨੂੰ ਕੌੜਾ, ਕੌੜੀਆਂ ਨੂੰ ਮਿੱਠਾ ਕਹਿੰਦੇ ਹਾਂ। ਮਿੱਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ। ਗੁਰਬਾਣੀ ਮਿੱਠੀ ਹੈ, ਕਈ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ। ਇੱਕ ਸ਼ਾਇਰ ਨੇ ਬੜੀ ਸੁੰਦਰ ਗੱਲ ਕਹੀ ਆ। ਕਹਿਣ ਲੱਗਾ, ਜਿਸਕੇ ਦਿਨ ਮਨਾਤੇ ਹੋ ਉਸकी बात भी माना करो, ज़्यादा नहीं थोड़ी थोड़ी तो माना करो, थोड़ी थोड़ी करके फिर सारी ही। ਆਪਾਂ ਨੂੰ ਕਹਿ ਰਿਹਾ ਹੈ, ਹਿੰਦੀ ਦਾ ਕੋਈ ਸ਼ਾਇਰ ਹੈ, ਕਹਿੰਦਾ ਜਿਹਦੇ ਦਿਨ ਮਨਾਉਂਦੇ ਹੋ, ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਨ ਮਨਾਉਂਦੇ ਹੋ, ਗੁਰੂਆਂ ਦੇ ਦਿਨ ਮਨਾਉਂਦੇ ਹੋ, ਉਹਦੀ ਗੱਲ ਵੀ ਮੰਨ ਲਿਆ ਕਰੋ। ਜਿਸਕੇ ਦਿਨ ਮਨਾਤੇ ਹੋ ਉਸकी बात भी माना करो, ਬਹੁਤੀ ਨਹੀਂ तो ਥੋੜੀ ਥੋੜੀ, ਫਿਰ ਥੋੜੀ ਥੋੜੀ ਕਰਕੇ ਸਾਰੀ। ਉਹਦੇ ਜਿਨ੍ਹਾਂ ਦੇ ਦਿਨ ਮਨਾਉਂਦੇ ਹੋ ਉਹਨਾਂ ਦੀਆਂ ਗੱਲਾਂ ਵੀ ਮੰਨਿਆ ਕਰੋ। ਇਹ ਉਹ ਕਹਿੰਦਾ ਹੈ। ਭਾਵ ਕਿ ਉਹ ਲੋਕ ਆਪਣੇ ਨੂੰ ਕਹਿ ਰਹੇ ਨੇ ਜਿਨ੍ਹਾਂ ਦਾ ਇਹ ਧਰਮ ਵੀ ਨਹੀਂ ਹੈਗਾ, ਭਾਵ ਕਿ ਉਹਨਾਂ ਨੇ ਸਿੱਖਾਂ ਦੇ ਘਰੇ ਜਨਮ ਵੀ ਨਹੀਂ ਲਿਆ, ਉਹ ਸਾਨੂੰ ਸਮਝਾ ਰਹੇ ਆ। ਉਹਨਾਂ ਦਾ ਹੱਕ ਬਣਦਾ ਹੈ ਸਮਝਾਉਣ ਦਾ। ਪਤਾ ਕਿਉਂ? ਕਿਉਂਕਿ ਅਸੀਂ ਸਮਝਦੇ ਨਹੀਂ। ਇਸ ਕਰਕੇ ਗੁਰੂਆਂ ਦੇ ਦਿਨ ਮਨਾਉਣੇ ਕੋਈ ਹੋਰ ਗੱਲ ਹੁੰਦੀ ਆ, ਗੁਰੂ ਦੀ ਮੰਨਣਾ ਹੋਰ ਗੱਲ ਹੁੰਦੀ ਆ, ਗੁਰਦੁਆਰੇ ਆਉਣਾ ਵੀ ਹੋਰ ਗੱਲ ਹੁੰਦੀ ਆ, ਗੁਰੂ ਤੱਕ ਪਹੁੰਚ ਜਾਣਾ ਇਹ ਵੀ ਹੋਰ ਗੱਲ ਹੁੰਦੀ ਆ। ਗੁਰੂ ਨੂੰ ਮੱਥਾ ਟੇਕਣਾ ਹੋਰ ਗੱਲ ਹੁੰਦੀ ਆ, ਜੋ ਗੁਰੂ ਕਹਿੰਦੇ ਨੇ ਉਹਨੂੰ ਮੰਨਣਾ ਹੋਰ ਗੱਲ ਹੁੰਦੀ ਆ। ਗੁਰਦੁਆਰੇ ਸਾਰੇ ਹੀ ਆ ਜਾਂਦੇ ਨੇ, ਗੁਰੂ ਦੀ ਕੋਈ ਕੋਈ ਮੰਨਦਾ ਹੈ। ਗੁਰਦੁਆਰੇ ਸਾਰੇ ਹੀ ਆ ਜਾਂਦੇ ਨੇ, ਗੁਰੂ ਤੱਕ ਕੋਈ ਕੋਈ ਪਹੁੰਚਦਾ ਹੈ। ਜਗ ਮਹਿ ਉਤਮ ਕਾਢੀਐ, ਬਿਰਲੇ ਕੇਈ ਕੇ। ਥੋੜੇ ਹੁੰਦੇ ਨੇ ਬੰਦੇ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਭਗਤ ਜੀ ਤੋਂ ਪੁੱਛਦਾ ਹੈ ਕੋਈ, ਭਗਤ ਜੀ ਰੱਬ ਕਿੰਨਾ ਕੁ ਨੇੜੇ ਆ, ਕਿੰਨਾ ਕੁ ਨੇੜੇ ਆ? ਕਹਿੰਦੇ ਹੱਥਾਂ ਤੋਂ ਵੀ ਨੇੜੇ ਆ, ਅੱਖਾਂ ਤੋਂ ਵੀ ਨੇੜੇ ਆ। ਬੰਦੇ ਦੇ ਸਭ ਤੋਂ ਨੇੜੇ ਉਹਦੇ ਹੱਥ ਹੀ ਹੁੰਦੇ ਆ। ਉਦਾਹਰਨ ਦੇ ਵਿੱਚ ਉਹਨਾਂ ਆਖਿਆ, ਬੰਦੇ ਦੇ ਸਭ ਤੋਂ ਨੇੜੇ ਅੱਖ ਹੁੰਦੀ ਆ, ਅੱਖਾਂ ਤੋਂ ਵੀ ਨੇੜੇ ਆ। ਅੱਖ ਦੇ ਵਿੱਚ ਕੁਝ ਚੀਜ਼ ਪੈ ਜਾਵੇ, ਕਿਣਕਾ ਕੋਈ ਪੈ ਜਾਵੇ, ਤਾਂ ਆਪਾਂ ਕਹਿੰਦੇ ਹਾਂ ਦੇਖੀ ਮੈਨੂੰ ਦਿਖ ਨਹੀਂ ਰਿਹਾ, ਦੂਜੇ ਨੂੰ ਕਹਿੰਦੇ ਹਾਂ ਕੁਝ ਪੈ ਗਿਆ ਹੈ। ਕਾਹਤੋਂ? ਬਹੁਤ ਨੇੜੇ ਆ, ਬਹੁਤ ਨੇੜੇ ਆ, ਤਾਂ ਨਹੀਂ ਦਿਖਦਾ। ਅੱਖ ਤੋਂ ਥੋੜ੍ਹੀ ਜਿਹੀ ਦੂਰ ਚੀਜ਼ ਹੋਵੇ ਤੇ ਦਿਖੇਗੀ, ਅੱਖ 'ਚ ਪੈ ਗਈ ਆ ਕੇ, ਦਿਖਦੀ ਨਹੀਂ। ਫਿਰ ਦੇਖੀ ਮੇਰੀ ਅੱਖ ਵਿੱਚ ਕੀ ਪੈ ਗਿਆ, ਕੱਢ ਦੇ। ਆਮ ਹੋ ਜਾਂਦਾ ਇਹ ਚੀਜ਼ਾਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਬਹੁਤ ਨੇੜੇ, ਬਹੁਤ ਨੇੜੇ। ਪਰਮਾਤਮਾ ਅੱਖਾਂ ਤੋਂ ਵੀ ਨੇੜੇ, ਤਾਂ ਨਹੀਂ ਦਿਖਦਾ। ਹੱਥਾਂ ਤੋਂ ਵੀ ਨੇੜੇ, ਤਾਂ ਨਹੀਂ ਦਿਖਦਾ। ਕਹੋ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਇਸ ਕਰਕੇ ਮਹਾਰਾਜ ਸਾਨੂੰ ਕਹਿੰਦੇ ਨੇ, ਬੰਦਿਆ ਜੀਵਨ ਦੇ ਵਿੱਚ ਕੁਝ ਵੀ ਨਹੀਂ ਹੈਗਾ, ਬਸ ਤੂੰ ਨਿਮਰਤਾ 'ਚ ਰਿਹਾ ਕਰ। ਆਪਣੇ ਆਪ 'ਚ ਰੱਬ ਨੂੰ ਦੇਖ ਪਹਿਲਾਂ, ਫਿਰ ਮਾਂ ਪਿਓ ਦੇ ਵਿੱਚ ਦੇਖਿਆ ਕਰ, ਫਿਰ ਭੈਣਾਂ ਭਾਈਆਂ ਦੇ ਵਿੱਚ, ਫਿਰ ਸਾਰਿਆਂ 'ਚ ਤੈਨੂੰ ਦਿਖੇਗਾ। ਇੱਕ ਛੋਟੀ ਜਿਹੀ ਸਾਖੀ ਹੈ, ਬੜੀ ਸੁੰਦਰ, ਪਿਆਰ ਪਾਉਣ ਵਾਲੀ ਹੈ ਪਰਮਾਤਮਾ ਦੇ ਨਾਲ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ, ਦੁਨੀਆ ਨੂੰ ਜਗਤ ਨੂੰ ਤਾਰਦੇ ਹੋਏ ਇੱਕ ਨਗਰ ਦੇ ਵਿੱਚ ਚਲੇ ਜਾਂਦੇ ਨੇ। ਉੱਥੇ ਇੱਕ ਗਰੀਬੜਾ ਜਿਹਾ ਕੋਈ ਫਕੀਰ ਤਬੀਅਤ ਦਾ ਬੰਦਾ ਹੈ, ਉਹ ਵੇਚ ਰਿਹਾ ਹੈ ਆਪਣਾ ਸਮਾਨ। ਉਹਦੇ ਕੋਲ ਲੂਣ ਹੈ, ਤੇਲ ਆ, ਦਾਲਾਂ ਨੇ, ਗੁੜ ਆ। ਮਹਾਰਾਜ ਨੇ ਫਿਰ ਆਖਿਆ, ਮਰਦਾਨਿਆਂ
ਆਪਾਂ ਉਹਦੇ ਕੋਲ ਜਾਣਾ ਜੋ ਫੇਰੀ ਦੇ ਰਿਹਾ ਹੈ, ਵਾਜਾਂ ਦੇ ਰਿਹਾ ਹੈ। ਪੁਰਾਣਾ ਜ਼ਮਾਨਾ ਬੱਟੇ ਹੁੰਦੇ ਨਹੀਂ ਸੀ, ਬਸ ਪੱਥਰਾਂ ਨੂੰ ਤੋਲ ਕੇ ਬੱਟੇ ਬਣਾ ਲੈਣੇ। ਜਿਵੇਂ ਹੁਣ ਲਿਖਿਆ ਹੁੰਦਾ ਨਾ ਬੱਟਿਆਂ 'ਤੇ 1 ਕਿੱਲੋ 2 ਕਿੱਲੋ 3 ਕਿੱਲੋ, ਇਵੇਂ ਨਹੀਂ ਸੀ ਉਦੋਂ ਹੁੰਦਾ। ਬਸ ਉਹਨਾਂ ਨੇ ਤੋਲ ਲੈਣਾ ਬੱਟਿਆਂ ਨੂੰ, ਜਿਹੜੇ ਆ ਰੋੜੇ ਹੁੰਦੇ ਨੇ, ਅਤੇ ਫਿਰ ਇੱਦਾਂ ਬੱਟੀਆਂ ਨੂੰ ਬੱਟਿਆਂ ਨੂੰ ਉਹਦੇ ਝੋਲੇ 'ਚ ਸੀ। ਮਹਾਰਾਜ ਜਾਣ ਕੇ ਪੁੱਛਣ ਲੱਗ ਗਏ, ਕਹਿੰਦੇ ਸਿੱਖਾ ਇਹ ਕੀ ਕਰਦਾ ਹੈ? ਕਹਿੰਦਾ ਜੀ ਮੈਂ ਸਮਾਨ ਵੇਚਦਾ, ਰੂੰ ਤੇਲ ਦਾਲਾਂ ਅਤੇ ਗੁੜ, ਇਹ ਮੇਰਾ ਕੰਮ ਆ। ਗਰੀਬ ਬਹੁਤ ਸੀ, ਇਹਦੇ ਨਾਲ ਹੀ ਮੇਰਾ ਪਰਿਵਾਰ ਪਲਦਾ। ਮਹਾਰਾਜ ਕਹਿੰਦੇ ਫਿਰ ਤੂੰ ਮੈਨੂੰ ਦਿਖਾਈ ਦੇ, ਤੇਰੇ ਕੋਲ ਕੀ ਕੀ ਆ? ਗੁਰੂ ਨਾਨਕ ਜੀ ਕਹਿੰਦੇ ਉਹਨੇ ਫਿਰ ਕੀ ਕੀਤਾ, ਆਪਦੀ ਗੰਢ ਖੋਲ੍ਹੀ ਆ। ਉਹਨੂੰ ਲੱਗਾ ਕੁਝ ਲੈਣਗੇ ਮੈਥੋਂ, ਖਰੀਦਣਗੇ। ਪਤਾ ਨਹੀਂ ਸੀ ਲੈਣ ਨਹੀਂ, ਦੇਣ ਆਏ ਨੇ ਇਹ ਫਕੀਰ, ਇਹ ਮਹਾਂਪੁਰਸ਼। ਚਿਹਰੇ ਤੋਂ ਪਛਾਣ ਤਾਂ ਗਿਆ ਪਰ ਜਾਣਿਆ ਨਹੀਂ ਇਹ ਗੁਰੂ ਨਾਨਕ ਨੇ। ਫਿਰ ਉਹ ਦਿਖਾਉਣ ਲੱਗ ਗਿਆ ਜੀ ਇਹ ਦਾਲਾਂ ਨੇ, ਗੁੜ ਆ। ਉਹਨੂੰ ਲੱਗਾ ਵੀ ਇਹ ਮੈਥੋਂ ਖਰੀਦ ਲੈਣਗੇ। ਤਾਂ ਸਤਿਗੁਰੂ ਕਹਿੰਦੇ ਨਹੀਂ, ਇਹ ਰਹਿਣ ਦੇ। ਆਹ ਬੱਟੇ ਕਿਹੜੇ ਨੇ, ਕੀ ਆ ਇਹ, ਕਾਹਦੇ ਵਾਸਤੇ ਰੱਖੀ ਫਿਰਦਾ? ਸਭ ਕੁਝ ਜਾਣਨ ਵਾਲੇ ਪੁੱਛ ਰਹੇ ਨੇ, ਅੰਤਰਜਾਮੀ ਨੇ। ਕਹਿਣ ਲੱਗਾ ਜੀ ਇਹ ਤਾਂ ਮੈਂ ਤੋਲ ਕੇ ਦਿੰਦਾ ਹੁੰਦਾ ਇਹਨਾਂ ਦੇ ਨਾਲ। ਤੱਕੜੀ ਦੇ ਵਿੱਚ ਇੱਕ ਪਾਸੇ ਰਾਸ਼ਨ ਪਾ ਲੈਣਾ, ਜਿਹਨੂੰ ਅੱਧਾ ਕਿੱਲੋ ਚਾਹੀਦਾ ਉਹਨੂੰ ਅੱਧਾ ਸੇਰ, ਇਹਨੂੰ ਸੇਰ, 1 ਸੇਰ ਉਹਨੂੰ 1 ਸੇਰ, 1 ਕਿੱਲੋ ਮੈਂ ਦੇ ਦਿੰਦਾ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਬੱਟਾ ਇਹ ਕਿੰਨੇ ਦਾ ਹੈ? ਕਹਿੰਦਾ ਜੀ 1 ਸੇਰ ਦਾ। ਗੁਰੂ ਮਹਾਰਾਜ ਕਹਿੰਦੇ ਇਹਨੂੰ ਪਾਸੇ ਕਰ ਦੇ, ਹਟਾ ਦੇ, ਨਹੀਂ ਇਹ ਨਹੀਂ। ਅੱਗੇ ਕਹਿੰਦੇ ਉਦੋਂ ਛੋਟਾ ਇਹ ਅੱਧਾ ਸੇਰ ਦਾ, ਅੱਧਾ ਕਿੱਲੋ ਦਾ। ਫਿਰ ਐਵੇਂ ਕਰ ਇਹਨੂੰ ਵੀ ਪਾਸੇ ਕਰਦੇ। ਇਉਂ ਪਾਸੇ ਕਰਦੇ ਜਾਂਦੇ ਆ, ਵੱਡੀਆਂ ਚੀਜ਼ਾਂ ਨੂੰ ਹਟਾਉਂਦੇ ਜਾਂਦੇ ਆ, ਅਤੇ ਇੱਕ ਨਿੱਕੀ ਜਿਹੀ ਬੱਟੀ ਰਹਿ ਜਾਂਦੀ ਆ, ਉਹ ਪਾਈਆ ਦੀ ਹੁੰਦੀ ਆ। ਕਹਿੰਦੇ ਲਿਆ, ਇਹ ਕੌਣ ਆ, ਇਹਦਾ ਕਿੰਨਾ ਵਜ਼ਨ ਆ? ਜੀ ਇਹ ਪਾਈਆ ਦੀ ਆ। ਮਹਾਰਾਜ ਕਹਿੰਦੇ ਲਿਆ ਇਹਨੂੰ ਮੈਨੂੰ ਫੜਾ ਦੇ। ਆਪਦੀ ਤਲੀ 'ਤੇ ਰੱਖ ਕੇ ਉਹਦੇ ਵੱਲ ਇਸ਼ਾਰਾ ਕਰਕੇ ਕਹਿੰਦੇ ਦੇਖੋ ਦੁਨੀਆ ਵਿੱਚ ਕੋਈ ਆਪਦੇ ਆਪ ਨੂੰ 1 ਸੇਰ ਕਹਾਉਂਦਾ, ਕੋਈ ਅੱਧਾ ਸੇਰ ਕਹਾਉਂਦਾ, ਕੋਈ 2 ਸੇਰ ਕਹਾਉਂਦਾ। ਧੰਨ ਪਾਓ ਜਿਨ ਪਾਈਆ, ਇਹ ਆਖਿਆ ਸੀ ਮਹਾਰਾਜ ਨੇ। ਧੰਨਾ ਤੂੰ ਪਾਈਆ ਦੀ ਵੱਟੀ, ਜਿਹਨੇ ਆਪਦੇ ਆਪ ਨੂੰ ਨੀਵਾਂ ਕਹਾਇਆ, ਨੀਵਾਂ ਖਵਾਇਆ। ਇਹ ਸਾਰੀਆਂ ਚੀਜ਼ਾਂ ਪਈਆਂ, 2 ਕਿੱਲੋ ਦਾ ਬੱਟਾ, ਕਿੱਲੋ ਦਾ, ਅੱਧਾ ਕਿੱਲੋ ਦਾ, ਪਾਈਆ, ਇਹ ਉਹਦੇ ਵਿੱਚ ਨੀਵੀਂ ਆ ਸਭ ਤੋਂ। ਹੁਣ ਬੱਟਿਆਂ ਨੂੰ ਕੀ ਪਤਾ, ਮਹਾਰਾਜ ਗੱਲਾਂ ਕਰ ਰਹੇ ਨੇ। ਸਤਿਗੁਰ ਨੇ ਬੱਟਿਆਂ ਵਿੱਚ ਦੀ ਉਹ ਸਿੱਖ ਨੂੰ ਕਹਿ ਦਿੱਤਾ, ਤੇਰੇ ਅੰਦਰ ਇੰਨੀ ਨਿਮਰਤਾ ਹੈ, ਤੂੰ ਧੰਨਾ ਸਿੱਖਾ। ਫੇਰੀ ਦੇ ਕੇ ਤੂੰ ਚੀਜ਼ਾਂ ਵੇਚਦਾ, ਪਰ ਤੇਰੇ ਅੰਦਰ ਸਿੱਖੀ ਆ। ਤੈਨੂੰ ਵਰ ਦੇ ਦਿੱਤਾ ਸੀ ਉਹਨੂੰ। ਫਿਰ ਮਹਾਰਾਜ ਨੇ ਕੀ ਦਿੱਤਾ ਸੀ ਕਿ ਤੈਨੂੰ ਕਰਤਾਰ ਨਾ ਭੁੱਲੇ, ਕਦੇ ਨਾ ਭੁੱਲੇ, ਸਦਾ ਚੇਤੇ ਆਵੇ। ਉਹ ਫਿਰ ਜਾਣ ਗਿਆ, ਉਹਨੂੰ ਗਿਆਨ ਹੋ ਗਿਆ। ਮਹਾਰਾਜ ਦੇ ਘੁੱਟ ਕੇ ਉਹਨੇ ਚਰਨ ਫੜੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਰਿਆਂ ਜਾਂਦਿਆਂ ਤੇ ਕਿਰਪਾ, ਤੁਰਿਆਂ ਜਾਂਦਿਆਂ ਤੇ ਸਵਾਲ ਕੀਤਾ ਸੀ, ਤੁਰਿਆਂ ਜਾਂਦਿਆਂ ਤੇ ਕਰ ਦਿੱਤੀ। ਕੋਈ ਬੰਦਗੀ ਕਰੇ, ਭਗਤੀ ਕਰੇ, ਆਵੇ ਸੰਗਤ ਕਰੇ, ਕੀਰਤਨ ਸੁਣੇ, ਤੁਰੇ ਜਾਂਦੇ ਤੇ ਕਰ ਦਿੱਤੀ। ਸਤਿਗੁਰੂ ਜੀ ਕਹਿੰਦੇ ਮਰਦਾਨਿਆਂ ਗੱਲ ਉਹ ਨਹੀਂ, ਇਹਦੇ ਅੰਦਰ ਦਇਆ ਸੀ, ਇਹਦੇ ਕੋਲੇ ਇਉਂ ਜਾਣ ਦੀਵਾ ਸੀ, ਇਹਦੇ ਕੋਲੇ ਤੇਲ ਸੀ, ਇਹਦੇ ਕੋਲ ਬੱਤੀ ਸੀ। ਮੈਂ ਤਾਂ ਤੀਲੀ ਜਗਾਈ ਆ ਤੇ ਜਗ ਪਿਆ। ਇਵੇਂ ਦੇ ਕਈ ਬੰਦੇ ਹੁੰਦੇ ਨੇ। ਪ੍ਰਾਤਨ ਭਗਤੀ ਪੂਰਬ ਜਨਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੁਰੂ ਨਾਨਕ ਜੀ ਜਗਦੇ ਹੋਏ ਦੀਵੇ ਨੇ, ਜਿਹਦੇ ਨਾਲ ਜਗ ਲੱਗਦੇ ਨੇ ਉਹ ਵੀ ਜਗ ਪੈਂਦਾ ਹੈ। ਗੁਰੂ ਨਾਨਕ ਜੀ ਜਗਦੇ ਹੋਏ ਦੀਵੇ ਨੇ, ਜਿਹਦੇ ਨਾਲ ਉਹ ਲੱਗਦੇ ਨੇ ਤੇ ਉਹ ਜਗ ਪੈਂਦਾ ਹੈ। ਪਰ ਜਗਣ ਲਈ ਬੰਦੇ ਕੋਲੇ ਉਹ ਚੀਜ਼ ਤਿਆਰ ਹੋਣੀ ਚਾਹੀਦੀ ਆ, ਭਾਂਡਾ, ਤਾਂ ਉਹ ਸਾਡੇ ਕੋਲ ਹਜੇ ਤਿਆਰ ਨਹੀਂ। ਉਹਨੂੰ ਆਪਾਂ ਤਿਆਰ ਕਰਨਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਪਦੇ ਅੰਦਰ ਦਇਆ ਲੈ ਕੇ ਆਓ, ਤਰਸ ਦੀ ਭਾਵਨਾ ਲੈ ਕੇ ਆਓ। ਆਪਣੇ ਆਪ 'ਤੇ ਤਰਸ ਕਰਿਆ ਕਰੋ। ਮੈਂ ਕਿੰਨਾ ਦੁਖੀ ਕਰਦਾ ਆਪਦੇ ਆਪ ਨੂੰ ਜਦੋਂ ਮੈਂ ਗੁੱਸਾ ਕਰਦਾ, ਕਿੰਨੀਆਂ ਗਲਤ ਚੀਜ਼ਾਂ ਮੈਂ ਅੰਦਰ ਪਾਉਣਾ, ਕਿੰਨੀ ਮੈਂ ਤਕਲੀਫ ਦਿੰਦਾ ਆਪਦੇ ਆਪ ਨੂੰ। ਦੂਜੇ ਨੂੰ ਦੁਖੀ ਕਰਨਾ ਪਾਪ ਆ ਜੇ, ਆਪਦੇ ਆਪ ਨੂੰ ਦੁਖੀ ਕਰਨਾ ਪੁੰਨ ਕਿੱਥੋਂ ਹੋ ਗਿਆ। ਇੰਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋ।
ਗੁਰੂ ਮਹਾਰਾਜ ਦੀ ਸ਼ਾਨ ਬਹੁਤ ਉੱਚੀ ਹੈ। ਬੋਲਦੇ ਆ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਆਓ ਪਿਆਰ ਦੇ ਨਾਲ ਆਪਾਂ ਵਾਹਿਗੁਰੂ ਕਹਿ ਲਈਏ, ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਤੇ ਅਰਦਾਸ ਬੇਨਤੀ ਵਿੱਚ ਜੁੜਨਾ ਕਰੀਏ ਜੀ। ਦੇਹੋ ਸੱਜਣੇ ਸੀਸੜੀਆਂ, ਕਿਉ ਹੋਵੇ ਸਾਰ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ